ਬਿਕਰਮੀ ਵਿੱਚ ਭਾਈ ਸਾਹਿਬ ਭਾਈ ਹਕੀਕਤ ਰਾਏ ਨੂੰ ਵੀ ਸ਼ਹੀਦ ਕਰਵਾ ਦਿੱਤਾ ਤੇ ਅੱਜ 1802 ਬਿਕਰਮੀ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਦਿੱਤਾ ਇਸ ਜ਼ਕਰੀਆ ਖਾਂ ਪਾਪੀ ਨੇ। ਉਸ ਤੇ ਸਰੀ ਨਹੀਂ ਠੀਕ ਆਈ। ਕਹਿੰਦੇ ਭਾਈ ਸਾਹਿਬ ਭਾਈ ਹਕੀਕਤ ਰਾਏ ਤਾਂ ਕੁਛ ਸਰਿਆ ਨਹੀਂ ਸੀ, ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਸਮਾਂ ਵੀ ਨਾ ਪਾਇਆ ਗਿਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਤੇ ਹੁਣ ਭਾਈ ਸਾਹਿਬ ਕਹਿ ਰਹੇ ਹਨ ਕਿ ਹਕੀਕਤ ਰਾਏ ਨੂੰ ਤਾਂ ਇਹਨਾਂ ਨੇ ਸ਼ਹੀਦ ਕਰ ਦਿੱਤਾ, ਉਹਦੇ ਨਾਲ ਤਾਂ ਜ਼ਕਰੀਆ ਖਾਂ ਦਾ ਕੁਛ ਨਾ ਵਿਗੜਿਆ, ਸਗੋਂ ਨਵਾਬ ਗਇਓ ਚੰਬਲਾਈ। ਸਗੋਂ ਹੋਰ ਚਾਂਬਲ ਗਿਆ ਕਿ ਮੈਂ ਸਿੱਖਾਂ ਨੂੰ ਜਿਹੜਾ ਨਵੇਂ ਤੋਂ ਨਵਾਂ ਤਸੀਹਾ ਦੇ ਕਰਕੇ ਮਾਰਾਂਗਾ। ਹਕੀਕਤ ਰਾਏ ਨੂੰ ਮਾਰਿਆ, ਭਾਈ ਸਾਹਿਬ ਭਾਈ ਮਣੀ ਸਿੰਘ ਨੂੰ ਸ਼ਹੀਦ ਕੀਤਾ। ਹਕੀਕਤ ਰਾਏ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀ ਖੱਲ ਉਤਾਰਨ ਤੋਂ ਬਾਅਦ ਭਾਈ ਸਾਹਿਬ ਭਾਈ ਮਣੀ ਸਿੰਘ ਦਾ ਬੰਦ ਕੱਟਿਆ ਗਿਆ, ਉਹਨਾਂ ਨੂੰ ਸ਼ਹੀਦ ਕੀਤਾ। ਭਾਈ ਸਾਹਿਬ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਦ ਸਿੰਘ ਉਹਨਾਂ ਨੂੰ ਚਰਖੜੀ ਤੇ ਚਾੜ ਕਰਕੇ ਸ਼ਹੀਦ ਕੀਤਾ। ਇਸ ਤਰ੍ਹਾਂ ਲੱਖਾਂ ਗੁਰਸਿੱਖਾਂ ਨੂੰ ਜਿਹੜਾ ਹੈ ਇਸ ਜ਼ਕਰੀਆ ਖਾਂ ਨੇ ਸ਼ਹੀਦ ਕੀਤਾ ਸੀ। ਦੋਹਰਾ ਨਵਾਬ ਖਾਂ ਜ਼ੁਲਮੀ ਕਰੀ, ਸ਼ੋਹਰਤ ਭਈ ਜਹਾਨ। ਨਵਾਬ ਨੇ ਜਿਹੜੇ ਜ਼ੁਲਮ ਕੀਤੇ ਸਨ, ਹੁਣ ਉਹਨਾਂ ਦਾ ਸਮਾਂ ਹੈ ਅੰਤਿਮ ਆ ਗਿਆ। ਪਾਪ ਦਾ ਜਿਹੜਾ ਘੜਾ ਹੈ ਉਹ ਪਹਿਲਾਂ ਨਹੀਂ ਸੀ ਭਰਿਆ, ਹੁਣ ਭਰ ਗਿਆ ਹੈ। ਹੁਣ ਹੈ ਜਿਹੜਾ ਇਹਦੇ ਪਾਪ ਦਾ ਘੜਾ ਭਰ ਗਿਆ, ਹੁਣ ਉਹ ਟੁੱਟੇਗਾ ਜ਼ਰੂਰ। ਭਾਈ ਤਾਰੂ ਸਿੰਘ ਦੀ ਸ਼ਹੀਦੀ ਹੈ ਜਿਹੜੀ, ਉਹਦੇ ਨਾਲ ਇਸ ਜ਼ਕਰੀਆ ਖਾਂ ਦੇ ਜਿਹੜੇ ਪਾਪਾਂ ਦਾ ਘੜਾ ਹੈ ਉਹ ਟੁੱਟ ਜਾਣਾ ਹੈ। ਦਿਲਗੀਰੀ ਸਿੰਘਨ ਭਈ ਔ ਖੁਸ਼ੀਆਂ ਮੁਸਲਮਾਨ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਕਿ ਸਿੱਖਾਂ ਦੇ ਮਨ ਵਿੱਚ ਤਾਂ ਦਿਲਗੀਰੀ ਹੈ, ਬੜਾ ਦਿਲ ਵੱਡਾ ਹੈ ਉਹਨਾਂ ਦਾ ਕਿ ਲੱਖਾਂ ਹੀ ਸਿੱਖ ਹਨ ਜਿਹੜੇ ਇਹ ਜ਼ਕਰੀਆ ਖਾਂ ਦੀਆਂ ਫੌਜਾਂ ਆਉਂਦੀਆਂ ਹਨ, ਕੈਦ ਕਰਕੇ ਸਿੱਖਾਂ ਨੂੰ ਲੈ ਜਾਂਦੀਆਂ ਹਨ ਤੇ ਉੱਥੇ ਲਿਜਾ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਨਹੀਂ ਛੱਡਿਆ ਜਾਂਦਾ, ਬਜ਼ੁਰਗਾਂ ਨੂੰ ਵੀ ਨਹੀਂ ਛੱਡਿਆ ਜਾਂਦਾ, ਇੱਥੋਂ ਤੱਕ ਕਿ ਇਸਤਰੀਆਂ ਨੂੰ ਵੀ ਨਹੀਂ ਛੱਡਿਆ ਜਾਂਦਾ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜ਼ਕਰੀਆ ਖਾਂ ਨੇ ਇੰਨਾ ਕੁ ਕਹਿਰ ਕਮਾਇਆ ਹੈ, ਜ਼ੁਲਮਾਂ ਦੀ ਹਨੇਰੀ ਝੁਲਾ ਰੱਖੀ ਹੈ ਹਰ ਪਾਸੇ। ਪਰ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਜਿੱਥੇ ਇੰਨੇ ਦਿਲਗੀਰੀ ਹਨ ਗੁਰਸਿੱਖ, ਉੱਥੇ ਜਿਹੜੇ ਇਹ ਤੁਰਕ ਹਨ, ਮੁਗਲ ਹਨ, ਬੜੇ ਖੁਸ਼ ਹੁੰਦੇ ਹਨ ਸਿੱਖਾਂ ਨੂੰ ਤਸੀਹੇ ਦੇ ਕਰਕੇ। ਧਰਮਸ਼ਾਲ ਸਿੱਖਨ ਹੁਤੀ ਤਾਮੇ ਦੀਨੋ ਪਾਏ। ਕਹਿੰਦੇ ਧਰਮ ਸਿੱਖਣ ਕੀ ਹੁਤੀ ਤਾਮੇ, ਕਹਿੰਦੇ ਧਰਮ ਹੈ ਜਿਹੜਾ ਇਹਨਾਂ ਨੂੰ ਆਪਣਾ ਪਿਆਰਾ ਹੈ। ਲੱਖਾਂ ਕੋਸ਼ਿਸ਼ਾਂ ਕਰਦਾ ਹੈ ਜ਼ਕਰੀਆ ਖਾਂ, ਜਿਹੜੇ ਵੀ ਕਿਸੇ ਸਿੱਖ ਨੂੰ ਕੈਦ ਕਰਕੇ ਲਿਆਂਦਾ ਜਾਂਦਾ ਹੈ ਪਹਿਲਾਂ ਇੱਕੋ ਹੀ ਗੱਲ ਉਹਦੇ ਅੱਗੇ ਰੱਖਦਾ ਹੈ ਕਿ ਆਪਣੀ ਜਿਹੜੀ ਉਹਨਾਂ ਦਾ ਇਸਲਾਮ ਧਰਮ ਹੈ, ਕਹਿੰਦਾ ਹੈ ਕਿ ਇਸਲਾਮ ਧਰਮ ਅੰਦਰ ਤੁਸੀਂ ਆ ਜਾਵੋ, ਆਪਣੇ ਧਰਮ ਨੂੰ ਛੱਡ ਦੇਵੋ। ਜੇਕਰ ਜਿਹੜੇ ਸਿੱਖ ਹਨ ਉਹ ਜਿਹਾ ਨਹੀਂ ਮੰਨਦੇ, ਇਸਲਾਮ ਸ਼ਰ੍ਹਾ ਨੂੰ ਨਹੀਂ ਕਬੂਲ ਕਰਦੇ, ਫਿਰ ਉਹਨਾਂ ਨੂੰ ਜਿਹੜਾ ਤਸੀਹੇ ਦੇ ਕਰਕੇ ਜ਼ਕਰੀਆ ਖਾਂ ਸ਼ਹੀਦ ਕਰ ਦਿੰਦਾ ਹੈ। ਜਬ ਨਿਕਸਾਂਗੇ ਪ੍ਰਾਣੇਸ ਤਬ ਤੁਮ ਦਇਓ ਫੁਕਾਏ। ਹੁਣ ਜਦੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਜਿਹੜਾ ਉਹਨਾਂ ਦਾ ਖੋਪਰ ਉਤਾਰ ਦਿੱਤਾ ਗਿਆ, ਇਤਿਹਾਸਕਾਰ ਲਿਖਦੇ ਹਨ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਜਦੋਂ ਖੋਪਰ ਉਤਾਰ ਦਿੱਤਾ ਗਿਆ, ਉਹਨਾਂ ਦੇ ਸਵਾਸ ਹਨ ਚੱਲਦੇ ਹਨ ਹਲੇ ਵੀ। ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ 22 ਦਿਨ ਤੱਕ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਖੋਪਰ ਤੋਂ ਬਿਨਾਂ ਜਿਉਂਦੇ ਰਹੇ, 22 ਦਿਨਾਂ ਤੱਕ ਜਿਉਂਦੇ ਰਹੇ ਹਨ। ਤੇ ਹੁਣ ਜਦੋਂ ਖੋਪਰ ਉਤਾਰ ਦਿੱਤਾ ਗਿਆ ਤੇ ਜ਼ਕਰੀਆ ਖਾਂ ਹੈ ਜਿਹੜਾ, ਕਿਉਂਕਿ ਹੁਣ ਉੱਥੇ ਲਾਹੌਰ ਦੀ ਸੰਗਤ ਵੀ ਆਈ ਹੋਈ ਹੈ, ਜਿਹੜੇ ਲਾਹੌਰ ਦੇ ਸੰਗਤ ਹੈ ਉਹ ਆਈ ਹੈ, ਤੇ ਉਹਨਾਂ ਦੇ ਹਵਾਲੇ ਹੁਣ ਭਾਈ ਤਾਰੂ ਸਿੰਘ ਜੀ ਨੂੰ ਕਰ ਦਿੱਤਾ ਗਿਆ ਕਿ ਲੈ ਜਾਓ ਇਸ ਤਾਰੂ ਨੂੰ, ਜਿਹੜਾ ਵੱਡਾ ਸਿੱਖ ਬਣਿਆ ਫਿਰਦਾ ਹੈ, ਲੈ ਜਾਓ ਇਹਨੂੰ। ਜਦੋਂ ਇਹ ਜਿਹੜਾ ਆਪਣਾ ਦੇਹ ਛੱਡ ਦੇਗਾ, ਮਾਫ ਕਰਾਂ ਮੈਂ ਇੱਥੇ ਸ਼ਬਦ ਵਰਤਣ ਲੱਗਿਆ ਹਾਂ, ਜਦੋਂ ਇਹ ਮਰ ਜਾਵੇਗਾ ਤੇ ਇਹਦੀ ਦੇਹ ਹੈ ਜਿਹੜੀ ਫੂਕ ਦੇਣਾ। ਚੌਪਈ ਸਿੰਘ ਜੀ ਮੁਖੋਂ ਹਾਏ ਨਾ ਕਰੈ। ਪਰ ਭਾਈ ਤਾਰੂ ਸਿੰਘ ਹਨ, ਧੰਨ ਹਨ ਭਾਈ ਤਾਰੂ ਸਿੰਘ, ਜਿਹੜੇ ਮੁਖੋਂ ਸੀ ਤੱਕ ਨਹੀਂ ਕਰਦੇ। ਇੰਨਾ ਜ਼ੁਲਮ ਕੀਤਾ ਹੈ ਇਹਨਾਂ ਪਾਪੀਆਂ ਨੇ
ਤੇ ਮੁਖੋਂ ਵੀ ਜਿਹੜਾ ਹਾਏ ਨਹੀਂ ਕਰਦੇ, ਸੀ ਨਹੀਂ ਕਰਦੇ। ਗੁਰੂ ਗੁਰੂ ਮੁਖ ਤੇ ਸੋ ਰਰੈ। ਵਾਹਿਗੁਰੂ ਵਾਹਿਗੁਰੂ ਬਸ ਵਾਹਿਗੁਰੂ ਵਾਹਿਗੁਰੂ ਹੀ ਜਪੀ ਜਾ ਰਹੇ ਹਨ, ਕੋਈ ਦੁੱਖ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ। ਸੀਸ ਰਖਤ ਸੋ ਕਰੈ ਸਨਾਨ। ਜਿਹੜਾ ਸੀਸ ਹੈ ਉਹਨਾਂ ਦਾ, ਜਿਹੜਾ ਖੋਪਰ ਉਤਾਰ ਦਿੱਤਾ ਗਿਆ ਹੈ, ਉਸ ਵਿੱਚੋਂ ਖੂਨ ਨਿਕਲਦਾ ਪਿਆ ਹੈ, ਖੂਨ ਸਿਮਦਾ ਪਿਆ ਹੈ, ਤੇ ਉਹ ਖੂਨ ਨਾਲ ਜਿਹੜਾ ਸਾਰਾ ਸਰੀਰ ਹੈ ਉਹਨਾਂ ਦਾ ਲਹੂ ਲੁਹਾਣ ਹੋ ਚੁੱਕਿਆ ਹੈ, ਸਾਰਾ ਸਰੀਰ ਹੀ ਉਹਨਾਂ ਦਾ ਲਾਲ ਰੰਗ ਦਾ ਹੋ ਚੁੱਕਿਆ ਹੈ। ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਿ ਉਹ ਜਿਹੜਾ ਸੀਸ ਵਿੱਚੋਂ ਰਕਤ ਵਹਿ ਰਿਹਾ ਹੈ, ਖੂਨ ਵਹਿ ਰਿਹਾ ਹੈ, ਉਸ ਨਾਲ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਆਪਣੇ ਦੇਹ ਦਾ ਇਸ਼ਨਾਨ ਕਰਵਾਈ ਜਾ ਰਹੇ ਹਨ। ਜਿਉ ਗੰਗਾ ਮੇ ਟੁੱਬੀ ਲਾਨ। ਕਹਿੰਦੇ ਗੰਗਾ ਹੈ ਜਿਹੜੀ ਨਦੀ, ਉਹਦੇ ਵਿੱਚ ਇਸ਼ਨਾਨ ਕਰਨਾ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਸਨਾਤਨ ਧਰਮ ਹੈ ਜਿਹੜਾ ਉਹ ਬੜਾ ਪਵਿੱਤਰ ਮੰਨਦਾ ਹੈ, ਹਿੰਦੂ ਧਰਮ ਹੈ ਜਿਹੜਾ ਉਹ ਵੀ ਬੜਾ ਪਵਿੱਤਰ ਮੰਨਦੇ ਹਨ। ਕਹਿੰਦੇ ਹਨ ਕਿ ਗੰਗਾ ਨਦੀ ਵਿੱਚ ਇਸ਼ਨਾਨ ਕਰਨਾ ਬੜਾ ਪਵਿੱਤਰ ਹੈ। ਪਰ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ ਕਿ ਗੰਗਾ ਨਦੀ ਵਿੱਚ ਜਿਹੜਾ ਇਸ਼ਨਾਨ ਕਰਨ ਤੋਂ ਪਵਿੱਤਰ ਹੈ, ਜਿਹੜਾ ਸਨਾਤਨ ਧਰਮ ਤਾਂ ਇਹ ਮੰਨਦਾ ਹੈ ਕਿ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਨਾਲ ਸਰੀਰ ਪਵਿੱਤਰ ਹੋ ਜਾਂਦਾ ਹੈ, ਪਰ ਜਿਹੜੇ ਪੂਰਨ ਗੁਰਸਿੱਖ ਹੁੰਦੇ ਹਨ, ਜਿਹੜੇ ਉਸ ਪਰਮੇਸ਼ਰ ਦਾ ਭਾਣਾ ਮੰਨਣ ਵਾਲੇ ਹੁੰਦੇ ਹਨ, ਉਹ ਜਿਹੜੇ ਸ਼ਹੀਦੀ ਪਹਿਰੇ ਵਿੱਚ ਜਿਉਂਦੇ ਹਨ, ਅਜਿਹੇ ਜਿਹੜੇ ਗੁਰਸਿੱਖ ਹਨ, ਉਹ ਆਪਣੇ ਖੂਨ ਨਾਲ ਹੀ, ਆਪਣੇ ਰਕਤ ਨਾਲ ਹੀ ਆਪਣਾ ਸਰੀਰ ਹੈ ਜਿਹੜਾ ਪਵਿੱਤਰ ਕਰ ਲੈਂਦੇ ਹਨ। ਜਿਵੇਂ ਮਨਸੂਰ ਨੇ ਹੱਥ ਕਟਾਏ। ਕਹਿੰਦੇ ਜਿਵੇਂ ਮਨਸੂਰ ਦੀ ਕਥਾ ਆਉਂਦੀ ਹੈ, ਉਹਨੇ ਆਪਣੇ ਹੱਥ ਕਟਵਾਏ ਸਨ ਜ਼ਾਲਮਾਂ ਕੋਲੋਂ। ਤਿੰਨ ਲੋਹੂ ਸੋ ਵਜੂ ਸਜਾਏ। ਕਹਿੰਦੇ ਉਹਨੇ ਆਪਣੇ ਕੱਟੇ ਹੋਏ ਹੱਥਾਂ ਨਾਲ ਹੀ, ਲਹੂ ਵਹਿੰਦੇ ਹੱਥਾਂ ਨਾਲ ਹੀ ਉਜ਼ੂ ਕੀਤਾ ਸੀ। ਉਜ਼ੂ ਦਾ ਭਾਵ ਹੈ 5 ਇਸ਼ਨਾਨਾ ਕਰਨਾ। ਜਿਹੜੇ ਇਸਲਾਮ ਧਰਮ ਵਾਲੇ ਹਨ ਉਹ ਨਮਾਜ਼ ਪੜ੍ਹਨ ਤੋਂ ਪਹਿਲਾਂ ਵਜ਼ੂ ਕਰਦੇ ਹਨ, ਭਾਵ 5 ਇਸ਼ਨਾਨਾ ਕਰਦੇ ਹਨ। ਤੇ ਮਨਸੂਰ ਦੇ ਹੱਥ ਵੱਢੇ ਜਾ ਚੁੱਕੇ ਸਨ, ਕਿਉਂਕਿ ਉਹ ਵੀ ਜਿਹੜਾ ਭਗਤ ਸੀ। ਜ਼ਾਲਮਾਂ ਨੇ ਮਨਸੂਰ ਦੇ ਹੱਥ ਵੱਢ ਦਿੱਤੇ, ਉਹਨੇ ਵੱਡੇ ਹੱਥਾਂ ਨਾਲ ਹੀ ਜਿਹੜਾ ਵਜ਼ੂ ਕੀਤਾ, 5 ਇਸ਼ਨਾਨਾ ਕੀਤਾ। ਨਿਵਾਜ਼ ਭਈ ਉਸ ਦਰਗਾਹ ਕਬੂਲ। ਕਹਿੰਦੇ ਉਹਨੇ ਖੂਨ ਵਹਿੰਦੇ ਆ ਹੱਥਾਂ ਨਾਲ, ਬਾਹਾਂ ਨਾਲ ਉਹਨੇ ਜਿਹੜਾ ਵਜ਼ੂ ਕੀਤਾ, 5 ਇਸ਼ਨਾਨਾ ਕੀਤਾ, ਫਿਰ ਜਾ ਕਰਕੇ ਉਹਨੇ ਆਪਣੀ ਨਿਵਾਜ਼ ਅਦਾ ਕੀਤੀ ਹੈ। ਮੁੱਲਾ ਕਾਜੀ ਭਏ ਰਜ਼ੂਲ। ਤੇ ਜਿਹੜੇ ਮੁੱਲਾ ਕਾਜ਼ੀ ਸਨ, ਜਿਨ੍ਹਾਂ ਨੇ ਇਹ ਫਤਵਾ ਦਿੱਤਾ ਸੀ ਮਨਸੂਰ ਦੇ ਹੱਥ ਵੱਢਣ ਦਾ, ਉਹ ਬੜੇ ਸ਼ਰਮਿੰਦੇ ਹੋਏ। ਉਹਨਾਂ ਦੇ ਸਿਰ ਤੇ ਜਿਹੜਾ ਮਨਸੂਰ ਦੇ ਹੱਥ ਵੱਢਣ ਦਾ ਦੋਸ਼ ਲੱਗਿਆ ਹੈ। ਦੋਹਰਾ ਉਸ ਹੀ ਦਿਨ ਸੋ ਨਵਾਬ ਨੇ ਪੁੱਛ ਭੇਜਿਓ ਸਿੰਘ ਜੀ ਪਾਹਾ। ਇਸ ਤਰ੍ਹਾਂ ਜਦੋਂ ਅਗਲਾ ਦਿਨ ਬੀਤਿਆ ਤੇ ਜ਼ਕਰੀਆ ਖਾਂ ਨੇ ਜਿਹੜਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਪਾਸ ਆਪਣੇ ਅਹਿਦੀਏ ਭੇਜੇ ਹਨ। ਤੂੰ ਜੇ ਕਹਤ ਥੋ ਕੇਸ ਹਮ ਸੀਸ ਹੀ ਸਾਥ ਨਿਭਾਹਾਂ। ਤੇ ਅਹਿਦੀਆਂ ਤੋਂ ਬਾਅਦ ਜ਼ਕਰੀਆ ਖਾਂ ਹੈ ਜਿਹੜਾ ਆਪ ਜਾਂਦਾ ਹੈ ਤੇ ਜਾ ਕਰਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਕਹਿਣ ਲੱਗਦਾ ਹੈ ਕਿ ਤੂੰ ਕਹਿੰਦਾ ਸੀ ਜੇ ਤੂੰ ਕਹਿਤ ਥੋ ਕੇਸ ਹਮ ਸੀਸ ਹੀ ਸਾਥ ਨਿਭਾਹੋ। ਤੂੰ ਕਹਿੰਦਾ ਸੀ ਤਾਰੂ ਸਿਆ ਕਿ ਮੈਂ ਆਪਣੇ ਕੇਸ ਹੈ ਜਿਹੜੇ ਉਹ ਸਵਾਸਾਂ ਸਹਿਤ ਹੈ, ਜਿਹੜੀ ਸਿੱਖੀ ਨੂੰ ਵੀ ਨਿਭਾਉਣਾ ਹੈ, ਕੇਸਾਂ ਨੂੰ ਬਚਾ ਲੈਣਾ ਹੈ। ਤੇ ਤੂੰ ਕਹਿੰਦਾ ਸੀ ਕਿ ਮੈਂ ਤੈਨੂੰ ਜੁੱਤੀ ਦੇ ਅੱਗੇ ਲਿਜਾ ਕਰਕੇ ਲੈ ਕੇ ਜਾਵਾਂਗਾ। ਤੇਰੀ ਗੱਲ ਝੂਠੀ ਪਈ ਹੈ ਤਾਰੂ ਸਿਆ। ਚਉ ਪਈ ਯਹ ਤੁਮਰੀ ਪਈ ਝੂਠੀ ਗੱਲ। ਇਹ ਵੀ ਗੱਲ ਝੂਠੀ ਪੈ ਗਈ। ਤੂੰ ਕਿਹਾ ਸੀ ਕਿ ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਸਹਿਤ ਨਿਭਾਵਾਂਗਾ, ਤੇ ਦੂਜੀ ਗੱਲ ਤੂੰ ਜਿਹੜੀ ਕਹੀ ਸੀ ਉਹ ਵੀ ਝੂਠੀ ਪਈ ਹੈ ਤੇਰੀ। ਗਏ ਬਾਲ ਲੈ ਕੈ ਸਿਰ ਖੱਲ। ਤੇਰੇ ਤੂੰ ਕੇਸਾਂ ਦੀ ਗੱਲ ਕਰਦਾ ਸੀ, ਤੇਰਾ ਤਾਂ ਅਸੀਂ ਖੋਪਰ ਵੀ ਲਾ ਦਿੱਤਾ, ਕੇਸਾਂ ਦੇ ਨਾਲ ਨਾਲ ਤੇਰਾ ਖੋਪਰ ਵੀ ਚਲਾ ਗਿਆ। ਤੂੰ ਕਹਿੰਦਾ ਸੀ ਮੈਂ ਆਪਣੇ ਕੇਸ ਆਪਣੇ ਤੋਂ ਜੁਦਾ ਨਹੀਂ ਹੋਣ ਦੇਣੇ, ਪਰ ਤੇਰਾ ਤਾਂ ਅਸੀਂ ਖੋਪਰ ਵੀ ਦੂਰ ਕਰ ਦਿੱਤਾ, ਤੇਰੇ ਕੇਸ ਵੀ ਤੇਰੇ ਤੋਂ ਜੁਦਾ ਕਰ ਦਿੱਤੇ ਹਨ। ਬਿਨਾ ਬਾਲ ਸਿਰ ਦੇਹੀ ਰਹੀ। ਹੁਣ ਬਿਨਾ ਕੇਸਾਂ ਤੋਂ, ਬਿਨਾ ਵਾਲਾਂ ਤੋਂ ਤੇਰੀ ਦੇਹੀ ਹੈ, ਬਿਨਾ ਕੇਸਾਂ ਤੋਂ ਹੁਣ ਤੂੰ ਬੈਠਾ ਹੈ। ਤੂੰ ਇਹ ਗੱਲ ਆਖੀ ਸੀ ਕਿ ਤੇਰੇ ਕੇਸ ਹਨ ਜਿਹੜੇ ਉਹ ਮੇਰੇ ਨਾਲ ਹੀ ਰਹਿਣਗੇ, ਮੇਰੇ ਕੇਸ ਮੇਰੇ ਤੋਂ ਜੁਦਾ ਨਹੀਂ ਹੋ ਸਕਦੇ। ਪੂਰਨ ਗੁਰਸਿੱਖਾਂ ਦੇ ਜਿਹੜੇ ਕੇਸ ਹਨ ਉਹਨਾਂ ਤੋਂ ਜੁਦਾ ਨਹੀਂ ਹੁੰਦੇ, ਤੂੰ ਗੱਲ ਆਖੀ ਸੀ। ਪਰ ਤਾਰੂ ਸਿਆ ਦੇਖ, ਤੇਰੇ ਕੇਸਾਂ ਦੇ ਨਾਲ ਨਾਲ ਅਸੀਂ ਤੇਰਾ ਖੋਪੜ ਵੀ ਜੁਦਾ ਕਰ ਦਿੱਤਾ ਤੇਰੇ ਤੋਂ,
ਤੂੰ ਇਸ ਗੱਲ ਤੋਂ ਝੂਠਾ ਪਿਆ ਹੈ। ਦੋ ਬਾਤ ਤੁਝ ਝੂਠੀ ਭਈ। ਦੋਵੇਂ ਗੱਲਾਂ ਤੋਂ ਤੂੰ ਹੁਣ ਝੂਠਾ ਪੈ ਗਿਆ ਹੈ ਤਾਰੂ ਸਿਆ। ਤਬ ਸਿੰਘ ਨੇ ਯੋ ਬਾਣੀ ਕਹੀ। ਤਬ ਸਿੰਘ ਨੇ ਫਿਰ ਉਹਦੀ ਜਿਹੜੀ ਗੱਲ ਦਾ ਜਵਾਬ ਦੇਣਾ ਕੀਤਾ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਜ਼ਕਰੀਆ ਖਾਂ ਦੀ, ਜਿਹੜਾ ਉਹ ਕਹਿ ਰਿਹਾ ਸੀ ਕਿ ਤੂੰ ਇਸ ਗੱਲ ਤੋਂ ਝੂਠਾ ਪਿਆ ਕਿ ਮੇਰੀ ਜਿਹੜੀ ਸਿੱਖੀ ਹੈ ਕੇਸਾਂ ਸਵਾਸਾਂ ਸਹਿਤ ਨਿਭੇਗੀ, ਮੇਰੇ ਕੇਸ ਕੋਈ ਕਤਲ ਨਹੀਂ ਕਰ ਸਕਦਾ। ਤੇ ਉਹ ਜਿਹੜੀ ਗੱਲ ਸੀ ਜ਼ਕਰੀਆ ਖਾਂ ਨੇ ਜਦੋਂ ਕਹੀ ਹੈ ਤੇ ਹੁਣ ਉਸ ਦਾ ਉੱਤਰ ਹੈ ਜਿਹੜਾ ਭਾਈ ਤਾਰੂ ਸਿੰਘ ਇਉਂ ਦਿੰਦੇ ਹਨ। ਨਹਿ ਨਵਾਬ ਤੁਮ ਸਮਝੋਈ। ਭਾਈ ਤਾਰੂ ਸਿੰਘ ਕਹਿਣ ਲੱਗੇ, ਨਵਾਬ ਜ਼ਕਰੀਆ ਖਾਂ, ਲੱਗਦਾ ਤੂੰ ਮੇਰੀ ਗੱਲ ਸਮਝਿਆ ਨਹੀਂ। ਮੈਂ ਆਪਣੇ ਪ੍ਰਾਣ ਹਾਂ ਜਿਹੜੇ ਉਹ ਉਸੇ ਵਕਤ ਛੱਡ ਸਕਦਾ ਸੀ ਜਦੋਂ ਮੇਰਾ ਖੋਪੜ ਉਤਾਰਿਆ ਜਾ ਰਿਹਾ ਸੀ। ਮੈਂ ਆਪਣੇ ਪ੍ਰਾਣ ਹੈ ਜਿਹੜੇ ਉਸੇ ਵਕਤ ਛੱਡ ਸਕਦਾ ਸੀ, ਪਰ ਮੈਂ ਪ੍ਰਾਣ ਆਪਣੇ ਨਹੀਂ ਛੱਡੇ, ਮੈਂ ਆਪਣੇ ਪ੍ਰਾਣ ਰੱਖੇ ਹਨ। ਇਸ ਪਿੱਛੇ ਵੀ ਕੋਈ ਵਜ੍ਹਾ ਹੈ। ਤੂੰ ਮੇਰੀ ਗੱਲ ਹੈ ਜਿਹੜੀ ਹਜੇ ਤੱਕ ਨਹੀਂ ਸਮਝਿਆ। ਤੂੰ ਮੇਰਾ ਖੋਪਰ ਵੀ ਉਤਾਰ ਦਿੱਤਾ ਹੈ, ਪਰ ਮੇਰੇ ਕੇਸ ਮੇਰੇ ਤੋਂ ਜੁਦਾ ਨਹੀਂ ਹੋਏ। ਤੂੰ ਕਹਿ ਰਿਹਾ ਹੈ ਕਿ ਤੇਰੇ ਕੇਸ ਤੇਰੇ ਤੋਂ ਜੁਦਾ ਕਰ ਦਿੱਤੇ ਗਏ ਹਨ ਖੋਪੜ ਸਮੇਤ, ਪਰ ਨਹੀਂ ਨਵਾਬ, ਤੂੰ ਖੋਪੜ ਲਾ ਦਿੱਤਾ ਹੈ ਮੇਰਾ, ਪਰ ਮੇਰੇ ਕੇਸ ਤਾਂ ਮੇਰੇ ਖੋਪੜ ਦੇ ਨਾਲ ਹੀ ਨੇ, ਮੇਰੇ ਖੋਪੜ ਦੇ ਵਿੱਚ ਹੀ ਹਨ। ਉਹ ਮੇਰੇ ਖੋਪੜ ਤੋਂ ਜੁਦਾ ਨਹੀਂ ਹੋਏ। ਮੇਰਾ ਖੋਪੜ ਮੇਰੇ ਤੋਂ ਜੁਦਾ ਹੋ ਗਿਆ ਹੈ, ਪਰ ਮੇਰੇ ਕੇਸ ਹਜੇ ਵੀ ਮੇਰੇ ਸਰੀਰ ਵਿੱਚ ਹੀ ਹਨ। ਰਹੇ ਕੇਸ ਹਮ ਖੋਪਰੀ ਨਾਲ। ਕਹਿੰਦੇ ਕੇਸ ਮੇਰੇ ਹਜੇ ਵੀ ਮੇਰੀ ਖੋਪੜੀ ਦੇ ਨਾਲ ਹੀ ਨੇ। ਕਦੋਂ ਜੁਦਾ ਕਰ ਦਿੱਤੇ ਤੂੰ ਗੱਲ ਇਹ ਕੀਤੀ ਸੀ ਕਿ ਤੇਰੇ ਕੇਸ ਕਤਲ ਕੀਤੇ ਜਾਣਗੇ, ਕਿਆ ਕਤਲ ਨਹੀਂ ਕਰ ਸਕਿਆ? ਜੇਕਰ ਕਤਲ ਕਰ ਦਿੱਤੇ ਜਾਂਦੇ ਫਿਰ ਮੈਂ ਮੰਨਦਾ ਕਿ ਮੇਰੇ ਕੇਸ ਮੇਰੇ ਤੋਂ ਜੁਦਾ ਹੋ ਗਏ, ਪਰ ਮੇਰੇ ਕੇਸ ਹਜੇ ਵੀ ਮੇਰੀ ਖੋਪੜ ਵਿੱਚ ਹਨ। ਖੋਪੜ ਵਿੱਚ ਹਨ ਮੇਰੇ ਕੇਸ, ਮੇਰੇ ਤੋਂ ਜੁਦਾ ਨਹੀਂ ਹੋਏ। ਨਵਾਬ, ਤੂੰ ਮੇਰੀ ਗੱਲ ਹੈ ਜਿਹੜੀ ਨਹੀਂ ਸਮਝਿਆ ਹਜੇ। ਹੈ ਝੂਠੇ ਦੁਏ ਤੁਮਰੇ ਸਵਾਲ। ਤੇਰੇ ਸਵਾਲ ਦੋਨੇ ਝੂਠੇ ਪਏ ਹਨ, ਦੋਨੇ ਝੂਠੇ ਪਏ ਨੇ। ਤੂੰ ਜਿਹੜੇ ਸਵਾਲ ਕੀਤੇ ਆ ਕਰਕੇ ਕਿ ਤੇਰੀ ਸਿੱਖੀ ਕੇਸਾਂ ਸਵਾਸਾਂ ਸਹਿਤ ਜਿਹੜੀ ਨਿਭਣ ਦੀ ਤੂੰ ਗੱਲ ਕਰਦਾ ਸੀ ਤਾਰੂ ਸਿਆ, ਉਹ ਤੇਰੀ ਨਹੀਂ ਨਿਭੀ। ਤੇਰੇ ਕੇਸ ਤੇਰੇ ਤੋਂ ਜੁਦਾ ਹੋ ਗਏ, ਕਤਲ ਹੋ ਗਏ ਤੇਰੇ ਤੋਂ ਕੇਸ। ਪਰ ਭਾਈ ਤਾਰੂ ਸਿੰਘ ਉਹਨੂੰ ਜਵਾਬ ਵਿੱਚ ਕਹਿੰਦੇ ਹਨ ਕਿ ਤੂੰ ਇਸ ਗੱਲ ਤੋਂ ਝੂਠਾ ਪਿਆ ਹੈ। ਸਵਾਸ ਰੱਖੇ ਹਮ ਇਮ ਕਰ ਦੇ। ਤੇ ਇਹ ਵੀ ਗੱਲ ਤੈਨੂੰ ਦੱਸ ਦੇਵਾਂ, ਮੈਂ ਜਿਹੜੇ ਆਪਣੇ ਸਵਾਸ ਨੇ ਉਸ ਵਕਤ ਤਿਆਗ ਸਕਦਾ ਸੀ। ਸਾਧ ਸੰਗਤ ਜੀ, ਇਹ ਤਰੀਕਾ ਹੁੰਦਾ ਹੈ, ਤੇ ਇਹ ਜਿਹੜਾ ਤਰੀਕਾ ਹੈ ਉਹਨਾਂ ਸਿੱਖਾਂ ਨੂੰ ਹੀ ਕਹਿ ਦਈਏ, ਉਹਨਾਂ ਮਹਾਪੁਰਸ਼ਾਂ ਨੂੰ ਹੀ ਆਉਂਦਾ ਹੈ ਜਿਹੜੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਇਹ ਵਿਧੀ ਹੁੰਦੀ ਹੈ ਸਵਾਸ ਛੱਡਣੇ ਤੇ ਸਵਾਸ ਰੱਖਣੇ। ਹੁਣ ਭਾਈ ਤਾਰੂ ਸਿੰਘ ਦਾ ਜਦੋਂ ਖੋਪੜ ਉਤਾਰ ਦਿੱਤਾ ਗਿਆ, ਉਹ ਸਵਾਸ ਆਪਣੇ ਉਸ ਵਕਤ ਵੀ ਤਿਆਗ ਸਕਦੇ ਸਨ, ਕਿਉਂਕਿ ਬੜੇ ਬਾਣੀ ਦੇ ਰਸੀਏ ਸਨ, ਜਪੀ ਤਪੀ ਸਨ, ਸਵਾਸ ਛੱਡ ਸਕਦੇ ਸਨ। ਪਰ ਭਾਈ ਤਾਰੂ ਸਿੰਘ ਨੇ ਆਪਣੇ ਸਵਾਸ ਹਨ ਜਿਹੜੇ ਨਹੀਂ ਛੱਡੇ ਹਨ। ਇਤਿਹਾਸਕਾਰ ਲਿਖਦੇ ਹਨ ਭਾਈ ਤਾਰੂ ਸਿੰਘ ਨੇ ਆਪਣੇ ਸਵਾਸ ਜਿਹੜੇ 22 ਦਿਨਾਂ ਤੱਕ ਰੱਖੇ, ਤੇ ਜ਼ਕਰੀਆ ਖਾਂ ਨੂੰ ਕਹਿ ਰਹੇ ਹਨ ਕਿ ਮੈਂ ਆਪਣੇ ਸਵਾਸ ਹਨ ਜਿਹੜੇ ਛੱਡ ਸਕਦਾ ਸੀ ਪਰ ਨਹੀਂ ਛੱਡੇ। ਸਵਾਸ ਰੱਖੇ ਹਮ ਇਮ ਕਰ ਦੇ। ਮੈਂ ਸਵਾਸ ਹੁਣ ਤੇਰੇ ਵਾਸਤੇ ਰੱਖੇ, ਮੈਂ ਤਾਂ ਰੱਖੇ ਕਿ ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਿਜਾ ਕਰਕੇ ਤੈਨੂੰ ਨਰਕਾਂ ਵਿੱਚ ਸੁੱਟ ਕੇ ਜਾਵਾਂਗਾ ਜ਼ਕਰੀਆ ਖਾਂ। ਮਾਰ ਜੂਤ ਤੁਝ ਅੱਗੇ ਧਰ ਲੇਹੇ। ਤੂੰ ਜੁੱਤੀਆਂ ਮਾਰਨ ਦੀ ਗੱਲ ਕੀਤੀ ਸੀ, ਤੂੰ ਕਿਹਾ ਸੀ ਕਿ ਮੈਂ ਤਾਰੂ ਸਿਆਂ ਤੇਰੇ ਸਿਰ 'ਚ ਜੁੱਤੀਆਂ ਮਾਰ ਕੇ ਤੇਰੇ ਕੇਸ ਝਾੜਾਂਗਾ, ਪਰ ਉਹ ਗੱਲ ਮੈਂ ਤੈਨੂੰ ਉਸੇ ਵਕਤ ਉਹਦਾ ਜਵਾਬ ਦਿੱਤਾ ਸੀ ਕਿ ਤੂੰ ਜੁੱਤੀਆਂ ਕੀ ਮਾਰਨੀਆਂ ਨੇ, ਮੈਂ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਿਜਾ ਕਰਕੇ ਤੈਨੂੰ ਨਰਕਾਂ ਵਿੱਚ ਸੁੱਟਾਂਗਾ। ਹੁਣ ਉਹ ਜਿਹੜਾ ਬਚਨ ਅਸੀਂ ਕੀਤਾ ਸੀ ਉਹ ਪੂਰਨ ਕਰਨਾ ਸੀ, ਤੇ ਉਹ ਪੂਰਨ ਕਰਨ ਕਰਕੇ ਹੀ ਜਿਹੜੇ ਆਪਣੇ ਅਸੀਂ ਸਵਾਸ ਰੱਖੇ ਹਨ। ਉਸਤਾਦ ਮਿਲਿਓ ਤੁਧ ਅੱਗੇ ਨਾ ਕੋਈ। ਤੈਨੂੰ ਕੋਈ ਉਸਤਾਦ ਨਹੀਂ ਮਿਲਿਆ, ਤੈਨੂੰ ਮਿਲਿਆ ਨਹੀਂ ਕੋਈ ਤੇਰੀ ਬਰਾਬਰੀ ਦਾ। ਤੂੰ ਉਦੋਂ ਹੀ ਸੇ ਭਾਈ ਹਕੀਕਤ ਰਾਏ ਨੂੰ ਸ਼ਹੀਦ ਕਰ ਦਿੱਤਾ, ਭਾਈ ਮਹਣੀ ਸਿੰਘ ਨੂੰ ਉਹਨਾਂ ਦਾ ਬੰਦ ਕੱਟ ਕਰਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਹੋਰ ਕਈ ਗੁਰਸਿੱਖਾਂ ਨੂੰ ਸ਼ਹੀਦ ਕੀਤਾ। ਉਹਨਾਂ ਦੀ ਜਿਹੜੀ ਤੇਰੀ ਬਰਾਬਰੀ ਉਹਨਾਂ ਨਾਲ ਨਹੀਂ ਹੋਈ, ਤੈਨੂੰ ਕੋਈ ਉਸਤਾਦ ਨਹੀਂ ਮਿਲਿਆ। ਹੁਣ ਮੈਂ ਤੈਨੂੰ ਜਿਹੜਾ ਹੈ ਤੇਰੇ ਨਾਲ ਬਰਾਬਰੀ ਕਰਕੇ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਿਜਾ ਕਰਕੇ ਛਿੱਤਰ ਮਾਰਦਾ ਹੋਇਆ ਨਰਕਾਂ ਵਿੱਚ ਸੁੱਟਾਂਗਾ। ਖੂਨ ਹਕੀਕਤ ਪਚ ਗਇਓ ਤੋਏ। ਭਾਈ ਹਕੀਕਤ ਰਾਏ ਦੇ ਖੂਨ ਤਾਂ ਤੂੰ ਬਚ ਗਿਆ ਸੀ, ਉਹਨਾਂ ਨੂੰ ਸ਼ਹੀਦ ਕਰਕੇ ਹੋਰ ਲੱਖਾਂ ਸਿੰਘਾਂ ਨੂੰ ਸ਼ਹੀਦ ਕਰਕੇ ਤਾਂ ਤੂੰ ਬਚ ਗਿਆ, ਪਰ ਹੁਣ ਨਹੀਂ ਬਚਦਾ। ਹੁਣ ਜ਼ਕਰੀਆ ਖਾਂ ਤੇਰਾ ਅੰਤ ਆ ਗਿਆ ਹੈ।
ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਜਿਹੜੇ ਬਚਨ ਕੀਤੇ ਉਹ ਹੁਣ ਪੂਰਨ ਹੋਣ ਦਾ ਜਿਹੜਾ ਸਮਾਂ ਆ ਰਿਹਾ ਹੈ। ਜਿਹੜੇ ਸੰਤ ਮਹਾਪੁਰਸ਼ ਹੁੰਦੇ ਹਨ, ਕਰਨੀ ਵਾਲੇ ਹੁੰਦੇ ਹਨ, ਜੋ ਸੰਤਾਂ ਮਹਾਪੁਰਸ਼ਾਂ ਦੇ ਮੁਖੋਂ ਬਚਨ ਨਿਕਲ ਜਾਂਦੇ ਹਨ ਉਹ ਪੂਰਨ ਹੋ ਕਰਕੇ ਹੀ ਰਹਿੰਦੇ ਹਨ, ਕਿਉਂਕਿ ਸੰਤ ਮਹਾਪੁਰਸ਼ ਤੇ ਉਹ ਅਕਾਲ ਪੁਰਖ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁੰਦਾ, ਇੱਕੋ ਰੂਪ ਹੁੰਦੇ ਹਨ। ਇਸ ਕਰਕੇ ਭਾਈ ਤਾਰੂ ਸਿੰਘ ਦੇ ਮੁਖੋਂ ਹੁਣ ਜੋ ਬਚਨ ਨਿਕਲੇ ਸਨ ਕਿ ਭਾਈ ਤਾਰੂ ਸਿੰਘ ਨੇ ਜੋ ਬਚਨ ਕਹੇ ਕਿ ਜ਼ਕਰੀਆ ਖਾਂ ਨੂੰ ਜਿਹੜਾ ਹੈ ਜੁੱਤੀਆਂ ਮਾਰ ਕੇ ਨਰਕਾਂ ਵਿੱਚ ਸੁੱਟ ਕੇ ਜਾਣਾ ਹੈ, ਹੁਣ ਉਹ ਬਚਨ ਹਨ ਜਿਹੜੇ ਪੂਰਨ ਹੋਣ ਦਾ ਸਮਾਂ ਆ ਰਿਹਾ ਹੈ। ਇੱਥੇ ਹੀ ਸਮਾਪਤੀ ਹੈ ਸਮੇਂ ਦੇ ਲਿਹਾਜ਼ ਨਾਲ। ਸੋ ਅਗਲੀ ਜਿਹੜੀ ਕਥਾ ਹੈ ਉਹ ਆਪ ਜੀ ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਨਾ ਕਿ ਕਿਸ ਤਰ੍ਹਾਂ ਜ਼ਕਰੀਆ ਖਾਂ ਦੀ ਜਿਹੜੀ ਹਾਲਤ ਹੈ ਕਿਸ ਤਰ੍ਹਾਂ ਨਾਜ਼ੁਕ ਹੁੰਦੀ ਹੈ ਤੇ ਕਿਸ ਤਰ੍ਹਾਂ ਜੁੱਤੀਆਂ ਇਹਦੇ ਸਿਰ ਤੇ ਪੈਂਦੀਆਂ ਹਨ। ਉਹ ਜੋ ਕਥਾ ਹੈ ਆਪ ਜੀ ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਨਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਅਤੇ ਸਤਿਗੁਰਾਂ ਦੀ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਲੈਣਾ। ਆਖਰੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ। ਉਸਤਾਦ ਮਿਲਿਓ ਤੁਧ ਅੱਗੇ ਨਾ ਕੋਏ, ਕੌਣ ਹਕੀਕਤ ਪਚ ਗਇਓ ਤੋਏ। ਹੇ ਅਚੁਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਤ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੇ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਆ ਪਰੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।